ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਅਸਾਵਰੀ ਮਹੱਲਾ ਪੰਜਵਾਂ ਦੇ 162ਵੇਂ 162 ਸ਼ਬਦ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਅਸਾਵਰੀ ਮਹੱਲਾ ਪੰਜਵਾਂ। ਕਾਰਨ ਕਰਨ ਤੂੰ ਹਾਂ, ਅਵਰ ਨ ਸੂਝੇ ਮੂੰਹਾਂ। ਕਾਰਨ ਕਰਨ ਤੂੰ ਹਾਂ, ਅਵਰ ਨ ਸੂਝੇ ਮੂੰਹਾਂ। ਕਰੇ ਸੋ ਹੋਈਏ ਹਾਂ, ਸਹਿਜ ਸੁਖ ਸੋਈਏ ਹਾਂ। ਕਰੇ ਸੋ ਹੋਈਏ ਹਾਂ, ਸਹਿਜ ਸੁਖ ਸੋਈਏ ਹਾਂ। ਧੀਰਜ ਮਨ ਪਏ ਹਾਂ, ਪ੍ਰਭ ਕੇ ਦਰ ਪਏ ਮੇਰੇ ਮਨਾ ਰਹਾਓ। ਧੀਰਜ ਮਨ ਪਏ ਹਾਂ, ਪ੍ਰਭ ਕੇ ਦਰ ਪਏ ਮੇਰੇ ਮਨਾ ਰਹਾਓ। ਸਾਧੂ ਸੰਗ में हाँ, पूरन संज में हाँ। जब ते छूटे आप हाँ, साधु संग में हाँ। पूरन संज में हाँ, जब ते छूटे आप हाँ। तब ते मिटे ताप हाँ, तब ते मिटे ताप हाँ। कृपा तारिया हाँ, पत रख बनवारिया मेरे मना। कृपा तारिया हाँ, पत रख बनवारिया मेरे मना। ये सुख जानिए हाँ, हर करे सो मानिए हाँ। ये सुख जानिए हाँ, हर करे सो मानिए हाँ। मंदा नाई कोय हाँ, संत की रैन होए हाँ। मंदा नाही कोय हाँ, संत की रैन होए हाँ। आपे जिस रखे हाँ, हरे अमृत सो चखे मेरे मना। आपे जिस रखे हाँ, हरे अमृत सो चखे मेरे मना। जिसका नाई कोय हाँ, तिसका प्रभ सोए हाँ। जिसका नाई कोय हाँ, तिसका प्रभ सोए हाँ। अंतर्गत बूझे हाँ, सब कुछ तिस सूझे हाँ। अंतर्गत बूझे हाँ, सब कुछ तिस सूझे हाँ। पतित उधार ले हाँ, नानक अरदास ए मेरे मना। पतित उधार ले हाँ, ਨਾਨਕ ਅਰਦਾਸ ਏ ਮੇਰੇ ਮਨਾ। ਇਸ ਸ਼ਬਦ ਵਿੱਚ ਗੁਰੂ ਜੀ ਆਖਦੇ ਹਨ ਕਿ ਉਸ ਵਾਹਿਗੁਰੂ ਨੂੰ ਕਰਨ ਕਾਰਨ ਸਮਰੱਥ ਸਮਝ ਗਏ। ਭਾਵ ਉਹ ਕਰਤਾ ਪੁਰਖ ਪਰਮੇਸ਼ਰ ਸਿਰਜਣਹਾਰ ਵਾਹਿਗੁਰੂ ਨੂੰ, ਜਿਸ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਉਹ ਕਰਨ ਕਰਾਵਣਹਾਰ ਹੈ। ਉਸ ਦੇ ਹੁਕਮ ਵਿੱਚ, ਉਸ ਦੀ ਰਜ਼ਾ ਵਿੱਚ ਟੁਰਨ ਨਾਲ ਸਹਿਜ ਅਵਸਥਾ ਵਾਲਾ ਸੁੱਖ ਪ੍ਰਾਪਤ ਹੁੰਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਸੰਤ ਜਨਾਂ ਦੀ ਰਹਿਣ ਦਾ ਭਾਵ ਉਹਨਾਂ ਦਾ ਸਤਿਕਾਰ ਕਰਨਾ, ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਹਨਾਂ ਦੀ ਦੱਸੀ ਹੋਈ ਕਾਰ 'ਤੇ ਚੱਲਣਾ। ਇਹ ਹੀ ਗੁਰੂ ਜੀ ਕਹਿੰਦੇ ਹਨ ਮਨੁੱਖ ਨੂੰ ਇਸ ਤਰ੍ਹਾਂ ਹੀ ਆਤਮਿਕ ਲਗਤਾ ਦਾ ਸੁੱਖ ਪ੍ਰਾਪਤ ਹੁੰਦਾ ਹੈ ਜੀ। ਅਤੇ ਉਦੋਂ ਤੱਕ ਨਹੀਂ ਤਾਂ ਉਦੋਂ ਤੱਕ ਇਹ ਸਖਣਾ ਹੀ ਰਹਿੰਦਾ ਹੈ ਜੀ। ਗੁਰੂ ਜੀ ਆਖਦੇ ਹਨ ਕਿ ਹਰ ਇੱਕ ਗੁਰਮੁਖ ਸਿੱਖਾਂ ਦੇ ਹਿਰਦੇ ਵਿੱਚ ਇਹ ਭਾਵਨਾ, ਇਹ ਚਾਹ ਦ੍ਰਿੜ ਹੋਣੀ ਚਾਹੀਦੀ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਕਰਤਾ ਪੁਰਖ ਨੇ ਜੋ ਮਨੁੱਖੀ ਜਨਮ ਬਖਸ਼ਿਆ ਹੈ, ਉਸ ਨਾਲ ਲੱਗੀਏ ਜੀ। ਸੋ ਗੁਰੂ ਜੀ ਆਖਦੇ ਹਨ ਕਿ ਹੇ ਪਰਮੇਸ਼ਰ, ਤੂੰ ਕਾਰਨਾਂ ਦਾ ਕਰਨਹਾਰ ਪਰਮੇਸ਼ਰ ਹੈ ਜੀ। ਭਾਵ ਤੂੰ ਸਰਵਗ੍ਰਹ ਸਮਰੱਥ, ਕਾਰਨ ਸਮਰੱਥ ਹੈ ਜੀ। ਸਭ ਕੁਛ ਤੇਰੇ ਭਾਣੇ 'ਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਤੇਰੇ ਤੋਂ ਬਿਨਾਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਜੋ ਤੂੰ ਕਰਦਾ ਹੈ ਜੀ, ਉਹੀ ਕੁਝ ਵਾਪਰਦਾ ਹੈ ਜੀ। ਭਾਵ ਇਸ ਸ੍ਰਿਸ਼ਟੀ, ਅਸੀਂ ਤੁਸੀਂ ਸਾਰੇ ਉਸ ਕਰਤਾ ਪੁਰਖ ਦੇ ਭਾਣੇ ਵਿੱਚ ਹੀ ਚੱਲ ਰਹੇ ਹਾਂ ਜੀ, ਉਹਦੇ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਕਰਕੇ ਸਹਿਜ ਆਤਮਿਕ ਸੁੱਖ ਅਵਸਥਾ ਹੈ, ਉਸ ਵਿੱਚ ਰਹਿਦਾ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਹਿਜ ਅਵਸਥਾ ਵਿੱਚ ਆਉਣਾ ਹੈ ਜੀ।
ਫਿਰ ਗੁਰੂ ਜੀ ਮਨੁੱਖੀ ਮਨ ਨੂੰ ਸਮਝਾਉਂਦੇ ਹਨ ਕਿ ਹੇ ਮੇਰੇ ਮਨ, ਮੈਂ ਆਪਣੇ ਮਨ ਵਿੱਚ ਧੀਰਜ ਧਾਰਨ ਕੀਤਾ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮੈਂ ਪਰਮੇਸ਼ਰ ਦੇ ਦਰ 'ਤੇ ਪਿਆ ਹਾਂ ਜੀ। ਭਾਵ ਮੈਂ ਅਰਦਾਸ ਕਰਦਾ ਹਾਂ ਜੀ ਕਿ ਹੇ ਕਰਤਾ ਪਰਮੇਸ਼ਰ, ਸਾਨੂੰ ਆਪਣੇ ਨਾਲ ਲਗਾਓ ਜੀ, ਰਹਾਓ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਮਨ, ਮੈਂ ਸਾਧੂ ਦੇ ਸੰਗ ਵਿੱਚ ਵਸਦਾ ਹਾਂ ਜੀ ਅਤੇ ਪੂਰੀ ਤਰ੍ਹਾਂ ਮੈਂ ਸੰਜਮ ਵਿੱਚ ਰਹਿੰਦਾ ਹਾਂ ਜੀ। ਭਾਵ ਮੈਂ ਗੁਰਸ਼ਬਦ ਗੁਰਬਾਣੀ ਨਾਮ ਅਤੇ ਸਾਧ ਸੰਗਤ ਉਸੇ ਤਰ੍ਹਾਂ ਦੇ ਗੁਰਮੁਖਾਂ ਦੇ ਸਾਥ ਕਰਦਾ ਹਾਂ ਜੀ। ਅਤੇ ਜਦੋਂ ਦਾ ਆਪਾ ਭਾਵ ਛੁੱਟਿਆ ਹੈ ਜੀ, ਭਾਵ ਜਦੋਂ ਦਾ ਮੇਰਾ ਹੰਕਾਰ ਦਵੈਤ ਭਾਵ ਛੁੱਟੇ ਹਨ ਜੀ, ਅਤੇ ਜਦੋਂ ਦੇ ਮੇਰੇ ਤ੍ਰਿਸ਼ਨਾਵਾਂ ਮਾਇਆਵੀ ਵਿਕਾਰਾਂ 'ਤੇ ਕਾਬੂ ਹੋਇਆ ਹੈ ਜੀ, ਗੁਰੂ ਜੀ ਕਹਿੰਦੇ ਹਨ, ਉਦੋਂ ਤਾਂ ਹੀ ਪਰਮੇਸ਼ਰ ਮੇਰੇ ਸਾਰੇ ਦੁੱਖ ਕਲੇਸ਼ ਖਤਮ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮਾਲਕ ਪਰਮੇਸ਼ਰ, ਮੇਰੇ 'ਤੇ ਆਪਣੀ ਕਿਰਪਾ ਮਿਹਰ ਕਰੋ ਜੀ। ਮੇਰੀ ਤੁਹਾਡੇ ਦਰ 'ਤੇ ਆਇਆਂ ਦੀ ਇੱਜ਼ਤ ਪ੍ਰਤਿਸ਼ਠਾ ਬਣਾਈ ਰੱਖੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਮਨ, ਜੋ ਪਰਮੇਸ਼ਰ ਹਰ ਕਰਦਾ ਹੈ ਜੀ, ਭਾਵ ਜੋ ਪਰਮੇਸ਼ਰ ਦਾ ਹੁਕਮ ਹੈ, ਪਾਣਾ ਹੈ, ਰਜ਼ਾ ਹੈ, ਉਸ ਨੂੰ ਮੰਨ ਕੇ ਚੱਲਣਾ ਚਾਹੀਦਾ ਹੈ ਜੀ। ਅਤੇ ਇਸ ਨੂੰ ਵਾਸਤਵਿਕਤਾ ਦਾ ਸੁੱਖ ਮੰਨਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਸੰਸਾਰ ਵਿੱਚ ਉਦੋਂ ਕੋਈ ਮੰਦਾ ਨਹੀਂ ਦਿਸਿਆ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੀ ਵਾਸਤਵਿਕਤਾ ਨੂੰ ਪਛਾਣ ਕੇ ਗੁਰੂ ਜੋ ਹੈ, ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਅੰਦਰ ਵਸਾ ਕੇ ਆਪਣੀ ਵਾਸਤਵਿਕਤਾ ਨੂੰ ਪਛਾਣਨਾ ਹੈ ਜੀ, ਜੋ ਪਰਮੇਸ਼ਰ ਸਾਡੇ ਅੰਦਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਅੰਤਰਾਤਮਾ ਦੀ ਆਵਾਜ਼ ਨੂੰ ਸਮਝਦਾ ਹੈ ਜੀ। ਭਾਵ ਜਦੋਂ ਜੀਵ ਆਪਾ ਭਾਵ ਛੱਡ ਕੇ, ਆਪਣੇ ਦਵੈਤ ਭਾਵਾਂ ਨੂੰ ਛੱਡ ਕੇ, ਮਾਇਆਵੀ ਵਿਸ਼ੇ ਵਿਕਾਰਾਂ ਨੂੰ ਛੱਡ ਕੇ, ਇੰਦਰੀਆਂ ਨੂੰ ਕਾਬੂ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨਾਲ ਲੱਗਦੇ ਹਨ ਅਤੇ ਆਪਣਾ ਆਪ ਉਸ ਅੱਗੇ ਅਰਪਿਤ ਕਰਦੇ ਹਨ, ਭਾਵ ਨਿਮਰਤਾ ਸਾਥ ਰਹਿੰਦੇ ਹਨ, ਗੁਰੂ ਜੀ ਕਹਿੰਦੇ ਹਨ, ਉਹੀ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੇ ਨਾਲ ਲੱਗ ਜਾਂਦੇ ਹਨ ਜੀ ਅਤੇ ਸੰਤਾਂ ਦੀ ਧੂੜ ਹੋ ਜਾਂਦੇ ਹਨ ਜੀ। ਭਾਵ ਨਿਮਰਤਾ ਦੀ ਜ਼ਿੰਦਗੀ ਬਿਤਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ, ਜਿਨ੍ਹਾਂ ਨੂੰ ਪਰਮੇਸ਼ਰ ਆਪ ਰੱਖਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਉਹੀ ਗੁਰਮੁਖ ਚੱਕਦੇ ਹਨ ਜੀ। ਭਾਵ ਪਰਮੇਸ਼ਰ ਦੀ ਕਿਰਪਾ ਹੋਵੇ ਜਿਨ੍ਹਾਂ 'ਤੇ, ਗੁਰਮੁਖਾਂ 'ਤੇ, ਉਹ ਵੀ ਗੁਰਮੁਖ ਪਰਮੇਸ਼ਰ ਹਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਚੱਖਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਜੀਵਾਂ ਦਾ ਕੋਈ ਨਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਹ ਉਹਨਾਂ ਦਾ ਪਰਮੇਸ਼ਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਅੰਤਰਾਤਮੇ ਦੀ ਆਵਾਜ਼ ਨੂੰ ਸਮਝਦੇ ਹਨ ਅਤੇ ਸਭ ਕੁਝ ਉਹਨਾਂ ਨੂੰ ਸੁਝਣ ਲੱਗ ਜਾਂਦਾ ਹੈ ਜੀ। ਭਾਵ ਉਸ ਦੀ ਸੋਝੀ ਹੋ ਜਾਂਦੀ ਹੈ ਜੀ। ਕਿਉਂਕਿ ਆਤਮਿਕ ਗੁਰਸ਼ਬਦ ਗੁਰਬਾਣੀ ਨਾਮ ਅੰਦਰ ਵਸਣ ਕਾਰਨ ਉਹ ਪਰਮੇਸ਼ਰ ਦੀ ਉਹਨਾਂ ਨੂੰ ਸੋਝੀ ਹੁੰਦੀ ਹੈ ਜੀ ਕਿ ਉਹ ਆਪਣੇ ਅੰਦਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਮਨ, ਨਾਨਕ ਦੀ ਇਹ ਅਰਦਾਸ ਹੈ ਜੀ ਕਿ ਸਾਨੂੰ ਪਤਿਤਾਂ ਦਾ ਸਾਨੂੰ ਸਾਡੇ 'ਤੇ ਉਧਾਰ ਕਰ। ਭਾਵ ਅਸੀਂ ਤਾਂ ਕੁਝ ਵੀ ਨਹੀਂ ਹਾਂ, ਸਾਡੇ 'ਤੇ ਆਪਣੀ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਲਗਾਓ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਆਖਦੇ ਹਨ, ਕਰਤਾ ਪੁਰਖ ਹੀ ਸਿਰਜਣਹਾਰ ਪਰਮੇਸ਼ਰ ਹੀ ਕਰਨ ਕਾਰਨ ਸਮਰੱਥ ਹੈ ਜੀ।
ਅਤੇ ਉਸ ਤੋਂ ਭਿੰਨ ਹੋਰ ਕੋਈ ਸ਼ਕਤੀ, ਹੋਰ ਕੋਈ ਸਤਾ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੇ ਭਾਣੇ ਵਿੱਚ ਰਹਿਣ ਨਾਲ ਹੀ ਆਤਮਿਕ ਸੁੱਖ, ਆਤਮਿਕ ਆਨੰਦ ਮਿਲਦਾ ਹੈ ਜੀ। ਅਤੇ ਸਾਧ ਸੰਗਤ ਅਤੇ ਆਪਣੇ ਵਿਕਾਰਾਂ ਨੂੰ ਤਿਆਗ ਕੇ, ਵਿਸ਼ੇ ਵਿਕਾਰਾਂ ਨੂੰ ਤਿਆਗ ਕੇ, ਹਉਮੈ ਨੂੰ ਤਿਆਗ ਕੇ, ਨਿਮਰਤਾ ਸਹਿਤ ਗੁਰਸ਼ਬਦ ਗੁਰਬਾਣੀ ਨਾਮ ਸੰਜਮ ਕਰਕੇ ਜਦੋਂ ਹਉਮੈ ਖਤਮ ਹੁੰਦੀ ਹੈ ਜੀ, ਤਾਂ ਗੁਰੂ ਜੀ ਆਖਦੇ ਹਨ ਸੰਸਾਰਿਕ ਦੁੱਖਾਂ ਕਲੇਸ਼ਾਂ ਤੋਂ ਖਲਾਸੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੰਤਾਂ ਦੀ ਚਰਨ ਧੂੜ ਹੋ ਕੇ, ਭਾਵ ਨਿਮਰਤਾ ਸਹਿਤ ਨਿਮਾਣੇ ਹੋ ਕੇ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਨਾ ਚਾਹੀਦਾ ਹੈ ਜੀ। ਇਸ ਤਰ੍ਹਾਂ ਗੁਰਮੁਖਾਂ ਨੂੰ ਅੰਤਰਬੋਧ ਹੋ ਜਾਂਦਾ ਹੈ ਜੀ ਅਤੇ ਪਰਮੇਸ਼ਰ ਪਤਿਤਾਂ ਦਾ ਉਧਾਰ ਕਰ ਦਿੰਦਾ ਹੈ ਜੀ। ਇਸ ਲਈ ਸਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਨਾ ਚਾਹੀਦਾ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਆਖਦੇ ਹਨ, ਅੰਤਰਗਤ ਬੂਝੇ ਹਾਂ ਸਭ ਕੁਝ ਤਿਸ ਸਿਜੇ ਹਾਂ, ਅੰਤਰਗਤ ਬੁਝੇ ਹਾਂ ਸਭ ਕੁਛ ਤਿਸ ਸੁਝੇ ਹਾਂ, ਪਤਿਤ ਉਧਾਰ ਲੈ ਹਾਂ ਨਾਨਕ ਅਰਦਾਸ ਇਹ ਮੇਰੇ ਮਨਾ, ਪਤਿਤ ਉਧਾਰ ਲੈ ਹਾਂ ਨਾਨਕ ਅਰਦਾਸ ਇਹ ਮੇਰੇ ਮਨਾ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।